ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਦ ਪੰਜਾਬ ਟਾਕਸ ਅਤੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਹਾਂ ਜਿਸ ਦਾ ਨਾਮ ਹੈ ਸਪੈਸ਼ਲ ਰਿਪੋਰਟ ਅਤੇ ਮੈਂ ਹਾਂ ਇਸ ਪ੍ਰੋਗਰਾਮ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ। ਪ੍ਰਮੁੱਖ ਤੌਰ 'ਤੇ ਕਿਸਾਨਾਂ ਦੀ ਗੱਲ, ਕਿਉਂਕਿ ਕਿਸਾਨਾਂ ਦਾ ਮਸਲਾ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਰਿਹਾ ਹੈ। ਖਾਸ ਤੌਰ 'ਤੇ ਚੰਡੀਗੜ੍ਹ ਵਿਖੇ ਜੋ ਵੱਖ-ਵੱਖ ਕਿਸਾਨ ਜਥੇਬੰਦੀਆਂ, ਸੂਬਾ ਪੱਧਰ ਦੀਆਂ ਅਤੇ ਕੌਮੀ ਪੱਧਰ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਲੱਗੇ ਕਿਸਾਨੀ ਮੋਰਚੇ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਜੋ ਇਕੱਠੀਆਂ ਹੋਈਆਂ, ਜੋ ਰੋਸ ਧਰਨਾ ਲਾਇਆ ਗਿਆ, 3 ਦਿਨ ਧਰਨਾ ਚੱਲਿਆ ਅਤੇ ਜਿਸ ਤਰੀਕੇ ਨਾਲ ਇਹ ਧਰਨਾ ਸਮਾਪਤ ਹੋਇਆ ਅਤੇ ਜੋ ਅੱਗੇ ਦਾ ਘਟਨਾਕ੍ਰਮ ਬਣਿਆ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਸ ਬਾਰੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਅਤੇ ਉਸੇ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਗੱਲਬਾਤ ਵਿੱਚ। ਪ੍ਰਮੁੱਖ ਤੌਰ 'ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਵੇਂ ਇਹ ਸਾਰਾ ਧਰਨਾ ਮੁਕੰਮਲ ਹੋਇਆ ਅਤੇ ਅੱਗੇ ਦਾ ਹੁਣ ਕੀ ਪ੍ਰੋਗਰਾਮ ਬਣਿਆ, ਕਿਹਨਾਂ ਗੱਲਾਂ ਦੇ ਉੱਪਰ ਸਹਿਮਤੀ ਬਣੀ ਅਤੇ ਕਿਵੇਂ ਬਣੀ, ਕਿਉਂਕਿ ਇਹਦੇ ਵਿੱਚ ਸੂਬਾ ਸਰਕਾਰ, ਰਾਜਪਾਲ ਅਤੇ ਕੇਂਦਰ ਸਰਕਾਰ ਤਿੰਨਾਂ ਦਾ ਜ਼ਿਕਰ ਆਉਂਦਾ ਹੈ। ਸੋ ਇਹਨਾਂ ਸਾਰੇ ਵਿਸ਼ਿਆਂ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਅੱਜ ਦੀ ਇਸ ਗੱਲਬਾਤ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਸਮੁੱਚੇ ਸਮੇਂ ਤੱਕ ਇਸ ਗੱਲਬਾਤ ਨੂੰ ਵੇਖਿਓ, ਸੁਣਿਓ ਅਤੇ ਹੋਰਨਾਂ ਦੇ ਨਾਲ ਵੀ ਸਾਂਝਾ ਕਰਿਓ। ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੀਆਂ ਸੀ। ਪਿਛਲੇ ਸਾਲ ਤੋਂ ਵੀ ਅਤੇ ਉਸ ਤੋਂ ਪਿਛਲੇ ਸਾਲ ਤੋਂ ਵੀ ਦਿੱਲੀ ਵਿਖੇ ਲੱਗੇ ਕਿਸਾਨੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਗੱਲ ਹੁੰਦੀ ਰਹੀ ਹੈ। ਜੋ ਕਿਸਾਨਾਂ ਦੀਆਂ ਮੰਗਾਂ ਰਹਿੰਦੀਆਂ ਨੇ, ਲਟਕਦੀਆਂ ਨੇ, ਉਹਨਾਂ ਨੂੰ ਲੈ ਕੇ ਲਗਾਤਾਰ ਆਵਾਜ਼ ਉੱਠਦੀ ਰਹੀ ਹੈ। ਪਰ ਮੁੱਖ ਤੌਰ 'ਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਨੂੰ ਕਾਨੂੰਨੀ ਰੂਪ ਦੇਣਾ, ਇਹ ਮੰਗ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਹੈ। MSP ਹੁਣ ਵੀ ਹੈ ਪਰ ਇਸ ਨੂੰ ਕਾਨੂੰਨੀ ਰੂਪ ਦਿੱਤੇ ਜਾਣ ਦੀ ਗੱਲ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਚਿੱਤੇ ਕਰਵਾਈ ਜਾਂਦੀ ਰਹੀ ਹੈ ਸਰਕਾਰ ਨੂੰ, ਕੇਂਦਰ ਸਰਕਾਰ ਨੂੰ, ਕਿ MSP ਇੱਕ ਕਾਨੂੰਨ ਦੇ ਰੂਪ ਵਿੱਚ ਹੋਵੇ ਅਤੇ ਮੰਡੀਆਂ ਵਿੱਚ ਜੋ ਕਿਸਾਨਾਂ ਦੀ ਲੁੱਟ ਖਸੁੱਟ ਹੁੰਦੀ ਹੈ, ਜੋ MSP ਤੋਂ ਹੇਠਾਂ ਦਾ ਭਾਅ ਦੇ ਕੇ ਕਿਸਾਨਾਂ ਕੋਲੋਂ ਫਸਲ ਖਰੀਦਣ ਦੀ ਜੋ ਕੋਸ਼ਿਸ਼ ਹੁੰਦੀ ਹੈ, ਇਹ ਜਿਹੜਾ ਵਰਤਾਰਾ ਹੈ ਬੰਦ ਹੋਣਾ ਚਾਹੀਦਾ ਅਤੇ ਇਸ ਨੂੰ ਬੰਦ ਕਰ ਸਕਦੀ ਹੈ MSP ਜੇਕਰ ਕਾਨੂੰਨੀ ਰੂਪ ਵਿੱਚ ਲਾਗੂ ਹੋ ਜਾਵੇ। ਅਤੇ ਇਸੇ ਦੀ ਮੰਗ ਕਿਸਾਨ ਜਥੇਬੰਦੀਆਂ ਲਗਾਤਾਰ ਕਰ ਰਹੀਆਂ ਨੇ। ਖਾਸ ਕਰ ਦਿੱਲੀ ਵਿਖੇ ਲੱਗੇ ਕਿਸਾਨੀ ਅੰਦੋਲਨ ਦੀ ਸਮਾਪਤੀ ਵੇਲੇ ਇਸ ਗੱਲ ਉੱਪਰ ਸਹਿਮਤੀ ਬਣੀ ਸੀ, ਉਹ ਮੰਗ ਦੁਬਾਰਾ ਚੇਤੇ ਕਰਵਾਈ ਜਾਂਦੀ ਰਹੀ ਹੈ। ਹੁਣ ਬੀਤੇ ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਅਤੇ ਮੋਹਾਲੀ ਦੀ ਸਾਂਝੀ ਹੱਦ ਉੱਤੇ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ। 3 ਰੋਜ਼ਾ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ ਅਤੇ ਉਸੇ ਪ੍ਰੋਗਰਾਮ ਤਹਿਤ ਵੱਡੀ ਗਿਣਤੀ ਵਿੱਚ ਕਿਸਾਨ ਇਕੱਤਰ ਹੋਣੇ ਸ਼ੁਰੂ ਹੋਏ ਚੰਡੀਗੜ੍ਹ ਵਿਖੇ ਅਤੇ ਕੁਝ ਉਹੋ ਜਿਹਾ ਦ੍ਰਿਸ਼ ਵੇਖਣ ਨੂੰ ਮਿਲ ਰਿਹਾ ਸੀ ਜਿਹੋ ਜਿਹਾ ਦਿੱਲੀ ਦੀਆਂ ਹੱਦਾਂ ਉੱਤੇ ਕਿਸਾਨਾਂ ਵੱਲੋਂ ਆਪਣੇ ਪੱਕੇ ਡੇਰੇ ਲਾਏ ਗਏ ਸੀ। ਚੰਡੀਗੜ੍ਹ ਦਾ ਪੁਲਿਸ ਪ੍ਰਸ਼ਾਸਨ, ਪੰਜਾਬ ਪੁਲਿਸ ਪ੍ਰਸ਼ਾਸਨ ਵੀ ਕਾਫੀ ਉੱਥੇ ਮੁਸਤੈਦ ਨਜ਼ਰ ਆਇਆ ਅਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕਵਾਇਦ ਵੀ ਹੋਈ ਅਤੇ ਮੰਗਾਂ ਉਹੀ ਸਨ ਜੋ ਦਿੱਲੀ ਵਿਖੇ ਕਿਸਾਨੀ ਮੋਰਚੇ ਦੀ ਸਮਾਪਤੀ ਵੇਲੇ ਕਿਸਾਨਾਂ ਨੇ ਉਠਾਈਆਂ ਸੀ ਅਤੇ ਉਹਨਾਂ ਮੰਗਾਂ ਨੂੰ ਦੁਬਾਰਾ ਇੱਕ ਵਾਰ ਫਿਰ ਸਰਕਾਰ ਦੇ ਮੂਹਰੇ ਪੇਸ਼ ਕੀਤਾ ਗਿਆ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਐਤਕੀ ਜੋ ਰੋਸ ਪ੍ਰਦਰਸ਼ਨ ਹੋਇਆ ਉਸ ਵਿੱਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੋਹਾਂ ਪਾਸੇ ਕਿਸਾਨਾਂ ਦਾ ਰੋਸ ਨਜ਼ਰ ਆ ਰਿਹਾ ਸੀ ਅਤੇ ਇਸ ਦਰਮਿਆਨ ਇੱਕ ਨਵੀਂ ਚੀਜ਼ ਇਹ ਵੀ ਹੋਈ ਐਤਕੀ ਕਿ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਜੋ ਪੂਰਾ ਕਿਸਾਨਾਂ ਦਾ ਧਰਨਾ ਅਤੇ ਇਸ ਦੀ ਸਮਾਪਤੀ ਜੋ ਹੋਈ ਹੈ, ਇਹਦੇ ਵਿੱਚ ਰਾਜਪਾਲ ਹੋਰਾਂ ਦਾ ਪ੍ਰਮੁੱਖ ਰੋਲ ਨਜ਼ਰ ਆਇਆ। ਉਹਨਾਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮੀਟਿੰਗ ਲਈ ਸੱਦਿਆ, ਸਮਾਂ ਦਿੱਤਾ। ਹੁਣ ਇੱਥੇ ਸੂਬਾ ਸਰਕਾਰ ਵੱਲ ਵੀ ਕਿਸਾਨਾਂ ਦਾ ਰੋਸ ਨਜ਼ਰ ਆਉਂਦਾ ਰਿਹਾ ਪਰ ਸੂਬਾ ਸਰਕਾਰ ਵੱਲ ਜਿੱਥੇ ਕਿਸਾਨ ਆਪਣਾ ਰੋਸ ਜ਼ਾਹਰ ਕਰਦੇ ਨਜ਼ਰ ਆਏ ਨੇ, ਉੱਥੇ ਹੀ ਸੂਬੇ ਦੇ ਰਾਜਪਾਲ ਵੱਲੋਂ ਕਿਸਾਨਾਂ ਨੂੰ ਗੱਲਬਾਤ ਲਈ ਸੱਦਣਾ, ਉਹਨਾਂ ਨੂੰ ਸਮਾਂ ਦੇਣਾ
काफ़ी मायने रखता है। तो किसान जथेबंदियां दी राजपाल दे नाल भी मीटिंग हुई तो पंजाब सरकार वालों खेतीबाड़ी मंत्री गुरमीत सिंह खोडियां भी उस बैठक विच मौजूद सन। किसान जथेबंदियां ने इस गल उत्ते काफ़ी तसल्ली का प्रगटावा किया कि सूबे के राजपाल ने उन्हां दी सुनी, उन्होंने गलबात लई बुलाया तो उन्हां दी गलबात जिहड़ी आ वो ध्यान नाल सुनी, मंगां वल ध्यान दिता है। हुण जानकारी मुताबक किसान जथेबंदियां ने राजपाल नूं इस गल की भी अपील की है कि वो किसानां दीयां वख-वख मंगां, लटकदियां मंगां जो कौमी पद्धर दीयां ने उन्होंने केंद्र सरकार तक पहुँचाउण ते राजपाल ने इस उत्ते हामी भी भरी है कि वो इसकी भरपूर कोशिश करनगे। दूजे बन्ने सूबा सरकार वाल जेकर गल होवे तां किसान जथेबंदियां नूं इस गल का भरोसा दवाया गया है कि आउंदे महीने दसंबर की 19 तरीक नूं मुख मंत्री भगवंत मान दे नाल उन्हां दी मीटिंग करवाई जाएगी, गलबात करवाई जाएगी, जिहदे विच वख-वख किसानी मंगां उपर चर्चा होवेगी, गलबात होवेगी। सो ये भी हुण एक बड़ा अहम दिन होवेगा 19 दसंबर का दिन, जिस दिन मुख मंत्री दे नाल किसान जथेबंदियां दी मीटिंग होनी है। बीते दिनों दौरान जो जलंधर विखे धरना लगा सी तो मुख मंत्री दे नाल किसान आगुआं की बयानबाजी भी कुछ चलती विखाई दी सी। जो मुख मंत्री होरां ने जिक्र किया सी कि धरने करके आवाजाही रुकती है, लोगों को दिक्कत आती है, तो जो एक बयान दिता सी कि धरने लाउण लई मैंबर लभणगे जां नहीं लभणगे, उस नूं लैके भी काफ़ी चर्चा चलती रही है। सो अजिहे भी जो कुछ तलखी जी बन लगी सी उस बयान करके हुण आउंदे दिनों दौरान सूबा पद्धर उत्ते मुख मंत्री दे नाल मीटिंग होवेगी तां जो सूबा पद्धर दीयां जो मंगां ने जां सूबा पद्धर की जो गलबात है उस उपर ध्यान दिता जा सके। सो फिलहाल चंडीगढ़ विखे किसान जथेबंदियां दा धरना जिहड़ा आ वो समाप्त हो गया ते समाप्त होने का प्रमुख कारण बनिया कि राजपाल ते पंजाब सरकार दे खेतीबाड़ी मंत्री की मौजूदगी विच जो मीटिंग हुई है, जो गलबात हुई है, उस जरिए ये राह निकलिया ते फिलहाल उत्थों धरना जिहड़ा वो चुक लिया गया, समाप्त हो गया। इस तो पहला जलंधर वाला धरना भी समाप्त हो गया सी जदों मुख मंत्री भगवंत मान ने भरोसा दवाया सी कि आउंदे दिनों दौरान किसानों को खुशखबरी दी जाएगी तो गन्ने के समर्थन मुल विच वाधा किया जाएगा। तो शूगर मिल संबंधी भी उन्होंने गल आखी सी कि वह लाहा सूबे नूं ते सूबे के किसानों को भी जरूर होना चाहिए। सो पहला जलंधर वाला धरना मुकम्मल होया, सूबा सरकार मुख मंत्री होरां वालों भरोसा दिते जाण तो बाद ते हुण चंडीगढ़ वाला धरना जिहड़ा ये भी मुकम्मल हो गया है। राजपाल वालों गलबात की गई है किसानां दे नाल, किसान जथेबंदियां दे आगूआं दे नाल ते केंद्र दीयां मंगां, केंद्र वाले पासे जो मंगां ने उन्होंने केंद्र वाल पहुँचाउण दा भरोसा दवाया गया ते मुख मंत्री पंजाब भगवंत मान दे नाल मीटिंग जिहड़ी आ 19 दसंबर की तय हुई है तो उस विच सूबा पद्धर दीयां गल्लां उत्ते चर्चा होने की संभावना है। हड़ पीड़तां लई मुआवजे की गल भी लगातार हो रही है। पराली का मुद्दा भी भखिया होया है, किसानां दीयां लाल एंट्रियां उन्हां विच नां दर्ज होने ते परचे दर्ज होने, ये सारिया चीज़ां भी नालों नाल चर्चा का विषा बन सकदियां ने। सो फिलहाल चंडीगढ़ विखे स्थिति एक तरीके नाल ऑल क्लीयर होंदी हुई नज़र आई है तो चंडीगढ़ का किसानी धरना रोस प्रदर्शन जिहदे विच वड्डे नामी आगूआं ने भी शिरकत की है। राकेश टिकैत कौमी पद्धर दे एक आगू ते किसान अंदोलन का प्रमुख चेहरा बन के उभरे सी, उन्होंने भी हाज़री भरी है तो काफ़ी वड्डा मोर्चा एक बनता नज़र आया। पर इस मौके सूबे के राजपाल, प्रशासन, पंजाब सरकार के खेतीबाड़ी मंत्री वालों जो गलबात की गई, जो मीटिंग की गई, उस तो बाद धरना मुकम्मल होया। हुण वेखना है कि आउंदे दिनों दौरान खासकर दसंबर 19 की मीटिंग विच किहो जिहे हालात बनते हैं, उस विच किहो जिहे पहलू उभर के सामने आउंदे ने। किसानी दे विषय वल पंजाब क्योंकि एक खेती प्रधान सूबा है, भावें इंडस्ट्री की बहुत गल हुंदी है, भावें होर कारोबार
सैर सपाटा कारखानिਆਂ ਦੀ ਬਹੁਤ ਗੱਲ ਹੁੰਦੀ ਹੈ, ਪਰ ਖੇਤੀਬਾੜੀ ਸੂਬੇ ਦਾ ਪ੍ਰਮੁੱਖ ਕਿੱਤਾ ਹੈ। ਪੰਜਾਬ ਨੇ ਖੇਤੀਬਾੜੀ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਆਪਣੇ ਸਾਧਨਾਂ ਦੀ ਵਰਤੋਂ ਕਰਦਿਆਂ ਦੇਸ਼ ਦਾ ਅਨਾਜ ਭੰਡਾਰ ਭਰਿਆ ਹੈ। ਦੇਸ਼ ਨੂੰ ਅਨਾਜ ਦੇ ਮਾਮਲੇ ਵਿੱਚ ਸਰਬ ਸਮਰੱਥ ਬਣਾਇਆ। ਆਪਣੇ ਸੰਸਾਧਨਾਂ ਰਾਹੀਂ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ। ਸੋ ਬਹੁਤ ਇੱਕ ਜ਼ਰੂਰੀ ਖਿੱਤਾ ਹੈ ਕਿਸਾਨੀ ਦਾ ਅਤੇ ਖੇਤੀਬਾੜੀ ਦਾ। ਬਹੁਤ ਸਾਰੀਆਂ ਚੁਣੌਤੀਆਂ ਕਿਸਾਨੀ ਨੂੰ ਦਰਪੇਸ਼ ਨੇ, ਬਹੁਤ ਵਾਰ ਆਪਾਂ ਗੱਲ ਕੀਤੀ ਵੀ ਹੈ। ਅਤੇ ਪਿਛਲੇ ਕੁਝ ਦਿਨਾਂ ਤੋਂ ਜੋ 2 ਧਰਨੇ ਪੰਜਾਬ ਵਿੱਚ ਲੱਗੇ ਸੀ ਵੱਖ-ਵੱਖ ਥਾਵਾਂ ਉੱਤੇ ਵੱਖ-ਵੱਖ ਮੰਗਾਂ ਨੂੰ ਲੈ ਕੇ, ਦੋਹੇ ਹੁਣ ਇਸ ਤਰੀਕੇ ਨਾਲ ਮੁਕੰਮਲ ਹੋ ਚੁੱਕੇ ਨੇ ਕਿ ਜੋ ਵੀ ਪ੍ਰਮੁੱਖ ਮੰਗ ਸੀ ਉਸ ਸੰਬੰਧੀ ਆਉਂਦੇ ਦਿਨਾਂ ਦੌਰਾਨ ਗੱਲ ਪੁਖਤਾ ਰੂਪ ਵਿੱਚ ਸਾਹਮਣੇ ਆਉਣ ਦੀ ਸੰਭਾਵਨਾ ਹੈ। ਕਿਸਾਨ ਜਥੇਬੰਦੀਆਂ ਨੇ ਇਸ ਦਰਮਿਆਨ ਏਕੇ ਦੀ ਕੋਸ਼ਿਸ਼ ਇੱਕ ਵਾਰ ਫੇਰ ਆਰੰਭੀ ਹੈ, ਕਿਉਂਕਿ ਦਿੱਲੀ ਵਿਖੇ ਲੱਗੇ ਕਿਸਾਨੀ ਮੋਰਚੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਅੱਡ-ਅੱਡ ਹੁੰਦੀਆਂ ਹੋਈਆਂ ਨਜ਼ਰ ਆਈਆਂ ਸੀ। ਕਿਸਾਨੀ ਅੰਦੋਲਨ ਤੋਂ ਫੌਰਨ ਬਾਅਦ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵੀ ਸਨ ਅਤੇ ਕੁਝ ਜਥੇਬੰਦੀਆਂ ਚੋਣਾਂ ਲੜਨ ਦੇ ਰਾਹ ਪੈ ਗਈਆਂ ਸੀ ਅਤੇ ਕੁਝ ਜਥੇਬੰਦੀਆਂ ਨੇ ਗੈਰ ਸਿਆਸੀ ਵਿੰਗ ਬਣਾ ਲਿਆ ਸੀ ਕਿ ਭਾਵ ਕਿ ਸਿਆਸਤ ਦੇ ਮੈਦਾਨ ਵਿੱਚ ਉਹਨਾਂ ਨੇ ਵੜਨਾ ਠੀਕ ਨਹੀਂ ਸੀ ਸਮਝਿਆ। ਅਤੇ ਹੁਣ ਇੱਕ ਵਾਰ ਫਿਰ ਸਾਰੀਆਂ ਜਥੇਬੰਦੀਆਂ ਇਸ ਗੱਲ ਦੀ ਅਹਿਮੀਅਤ ਸਮਝਣ ਲੱਗੀਆਂ ਨੇ ਕਿ 3 ਖੇਤੀ ਕਾਨੂੰਨ ਜੋ ਉਦੋਂ ਮੁੜਵਾਏ ਗਏ ਸੀ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਏਕੇ ਦੀ ਬਹੁਤ ਭੂਮਿਕਾ ਸੀ। ਅਤੇ ਇਸੇ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਇੱਕ ਵਾਰ ਫਿਰ ਚੰਡੀਗੜ੍ਹ ਵੱਲ ਕੂਚ ਕਰਨ ਦਾ ਪ੍ਰੋਗਰਾਮ ਐਲਾਨਿਆ ਗਿਆ ਸੀ, ਜਿੱਥੇ ਕਿ ਰਾਜਪਾਲ ਵੱਲੋਂ ਉਹਨਾਂ ਦੀ ਗੱਲ ਸੁਣੀ ਗਈ ਅਤੇ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਦੀ ਸ਼ਲਾਘਾ ਵੀ ਕੀਤੀ ਹੈ ਕਿ ਸੂਬੇ ਦੇ ਰਾਜਪਾਲ ਨੇ ਉਚੇਚੇ ਤੌਰ 'ਤੇ ਉਹਨਾਂ ਲਈ ਸਮਾਂ ਕੱਢਿਆ, ਉਹਨਾਂ ਦੀ ਗੱਲ ਸੁਣੀ ਅਤੇ ਉਹਨਾਂ ਦੀਆਂ ਮੰਗਾਂ ਨੂੰ ਹੋਰ ਪਾਸੇ ਯਾਨੀ ਕਿ ਕੇਂਦਰ ਵਾਲੇ ਪਾਸੇ ਵੀ ਲਿਜਾਣ ਦਾ ਭਰੋਸਾ ਦਵਾਇਆ ਅਤੇ ਸੂਬਾ ਪੱਧਰ ਉੱਤੇ ਵੀ ਉਹਨਾਂ ਨੇ ਗੱਲ ਜਿਹੜੀ ਆ ਉਹ ਸੁਣੀ ਆ, ਉਹਦੇ ਵੱਲ ਧਿਆਨ ਦਿੱਤਾ। ਸੋ 19 ਦਸੰਬਰ ਬੜਾ ਅਹਿਮ ਦਿਨ ਇਸ ਬੰਨੇ ਨਜ਼ਰਾਂ ਲੱਗੀਆਂ ਹੋਣਗੀਆਂ ਕਿਸਾਨ ਜਥੇਬੰਦੀਆਂ ਦੀਆਂ ਕਿ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਦੇ ਨਾਲ ਜੋ ਗੱਲਬਾਤ ਹੁੰਦੀ ਹੈ ਉਹਦੇ ਕੀ ਹਾਸਲ ਹੁੰਦੇ ਨੇ। ਅਤੇ ਇਸ ਦਰਮਿਆਨ ਜ਼ਮੀਨਾਂ ਐਕਵਾਇਰ ਕਰਨ ਦਾ ਜਿਹੜਾ ਇੱਕ ਹੋਰ ਮਸਲਾ ਉਹ ਵੀ ਕਿਸਾਨੀ ਨਾਲ ਜੁੜਦਾ ਹੈ। ਕਈ ਪਾਸੇ ਜ਼ਮੀਨਾਂ ਐਕਵਾਇਰ ਕਰਨ ਦੀ ਜੋ ਕਾਰਵਾਈ ਚੱਲ ਰਹੀ ਹੈ, ਪਿਛਲੇ ਦਿਨੀ ਕੁਝ ਤਸਵੀਰਾਂ ਨਜ਼ਰ ਆਈਆਂ ਸੀ ਕਿ ਕੁਝ ਥਾਵਾਂ 'ਤੇ ਵਿਰੋਧ ਵੀ ਹੋ ਰਿਹਾ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਕਿ ਜ਼ਮੀਨ ਦਾ ਵਾਜਬ ਮੁੱਲ ਅਤੇ ਜਿਸ ਤਰੀਕੇ ਨਾਲ ਐਕਵਾਇਰ ਕਰਨ ਦੀ ਕਾਰਵਾਈ ਚੱਲੀ ਉਸ ਉੱਤੇ ਕਈ ਥਾਈਂ ਇਤਰਾਜ਼ ਵੀ ਉੱਠੇ ਨੇ। ਸੋ ਕਟੜਾ ਐਕਸਪ੍ਰੈਸਵੇ ਜੋ ਬਣ ਰਿਹਾ ਉਸ ਨੂੰ ਲੈ ਕੇ ਜ਼ਮੀਨਾਂ ਐਕਵਾਇਰ ਕਰਨ ਸੰਬੰਧੀ ਵੀ ਕਿਸਾਨ ਜਥੇਬੰਦੀਆਂ ਦਾ ਲਗਾਤਾਰ ਧਿਆਨ ਲੱਗਿਆ ਹੋਇਆ। ਸੋ ਫਿਲਹਾਲ ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦਾ ਧਰਨਾ ਜਿਹੜਾ ਆ ਉਹ ਸਮਾਪਤ ਹੋ ਗਿਆ ਅਤੇ ਸਮਾਪਤ ਹੋਣ ਦਾ ਪ੍ਰਮੁੱਖ ਕਾਰਨ ਬਣਿਆ ਕਿ ਰਾਜਪਾਲ ਅਤੇ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਦੀ ਮੌਜੂਦਗੀ ਵਿੱਚ ਜੋ ਮੀਟਿੰਗ ਹੋਈ ਹੈ, ਜੋ ਗੱਲਬਾਤ ਹੋਈ ਹੈ, ਉਸ ਜ਼ਰੀਏ ਇਹ ਰਾਹ ਨਿਕਲਿਆ ਅਤੇ ਫਿਲਹਾਲ ਉੱਥੋਂ ਧਰਨਾ ਜਿਹੜਾ ਉਹ ਚੁੱਕ ਲਿਆ ਗਿਆ, ਸਮਾਪਤ ਹੋ ਗਿਆ। ਇਸ ਤੋਂ ਪਹਿਲਾਂ ਜਲੰਧਰ ਵਾਲਾ ਧਰਨਾ ਵੀ ਸਮਾਪਤ ਹੋ ਗਿਆ ਸੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿਵਾਇਆ ਸੀ ਕਿ ਆਉਂਦੇ ਦਿਨਾਂ ਦੌਰਾਨ ਕਿਸਾਨਾਂ ਨੂੰ ਖੁਸ਼ਖਬਰੀ ਦਿੱਤੀ ਜਾਵੇਗੀ ਅਤੇ ਗੰਨੇ ਦੇ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਜਾਵੇਗਾ। ਅਤੇ ਸ਼ੂਗਰ ਮਿਲ ਸੰਬੰਧੀ ਵੀ ਉਹਨਾਂ ਨੇ ਗੱਲ ਆਖੀ ਸੀ ਕਿ ਉਹਦਾ ਲਾਹਾ ਸੂਬੇ ਨੂੰ ਅਤੇ ਸੂਬੇ ਦੇ ਕਿਸਾਨਾਂ ਨੂੰ ਵੀ ਜ਼ਰੂਰ ਹੋਣਾ ਚਾਹੀਦਾ। ਸੋ ਪਹਿਲਾਂ ਜਲੰਧਰ ਵਾਲਾ ਧਰਨਾ ਮੁਕੰਮਲ ਹੋਇਆ, ਸੂਬਾ ਸਰਕਾਰ ਮੁੱਖ ਮੰਤਰੀ ਹੋਰਾਂ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਅਤੇ ਹੁਣ ਚੰਡੀਗੜ੍ਹ ਵਾਲਾ ਧਰਨਾ ਜਿਹੜਾ ਇਹ ਵੀ ਮੁਕੰਮਲ ਹੋ ਗਿਆ। ਰਾਜਪਾਲ ਵੱਲੋਂ ਗੱਲਬਾਤ ਕੀਤੀ ਗਈ ਹੈ ਕਿਸਾਨਾਂ ਦੇ ਨਾਲ, ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਅਤੇ ਕੇਂਦਰ ਦੀਆਂ ਮੰਗਾਂ, ਕੇਂਦਰ ਵਾਲੇ ਪਾਸੇ ਜੋ ਮੰਗਾਂ ਨੇ ਉਹਨਾਂ ਨੂੰ ਕੇਂਦਰ ਵੱਲ ਪਹੁੰਚਾਉਣ ਦਾ ਭਰੋਸਾ ਦਵਾਇਆ ਗਿਆ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਲ ਮੀਟਿੰਗ ਜਿਹੜੀ ਆ 19 ਦਸੰਬਰ ਦੀ ਤੈਅ ਹੋਈ ਹੈ ਅਤੇ ਉਸ ਵਿੱਚ ਸੂਬਾ ਪੱਧਰ ਦੀਆਂ ਗੱਲਾਂ ਉੱਤੇ ਚਰਚਾ ਹੋਣ ਦੀ ਸੰਭਾਵਨਾ ਹੈ। ਹੜ੍ਹ ਪੀੜਤਾਂ ਲਈ ਮੁਆਵਜ਼ੇ ਦੀ ਗੱਲ ਵੀ ਲਗਾਤਾਰ ਹੋ ਰਹੀ ਹੈ। ਪਰਾਲੀ ਦਾ ਮੁੱਦਾ ਵੀ ਭਖਿਆ ਹੋਇਆ ਹੈ। ਕਿਸਾਨਾਂ ਦੀਆਂ ਲਾਲ ਐਂਟਰੀਆਂ
ਉਹਨਾਂ ਵਿੱਚ ਨਾਂ ਦਰਜ ਹੋਣੇ ਤੇ ਪਰਚੇ ਦਰਜ ਹੋਣੇ, ਇਹ ਸਾਰੀਆਂ ਚੀਜ਼ਾਂ ਵੀ ਨਾਲੋਂ ਨਾਲ ਚਰਚਾ ਦਾ ਵਿਸ਼ਾ ਬਣ ਸਕਦੀਆਂ ਨੇ। ਸੋ ਫਿਲਹਾਲ ਚੰਡੀਗੜ੍ਹ ਵਿਖੇ ਸਥਿਤੀ ਇੱਕ ਤਰੀਕੇ ਨਾਲ ਆਲ ਕਲੀਅਰ ਹੁੰਦੀ ਹੋਈ ਨਜ਼ਰ ਆਈ ਹੈ ਤੇ ਚੰਡੀਗੜ੍ਹ ਦਾ ਕਿਸਾਨੀ ਧਰਨਾ ਰੋਸ ਪ੍ਰਦਰਸ਼ਨ, ਜਿਹਦੇ ਵਿੱਚ ਵੱਡੇ ਨਾਮੀ ਆਗੂਆਂ ਨੇ ਵੀ ਸ਼ਿਰਕਤ ਕੀਤੀ ਹੈ। ਰਾਕੇਸ਼ ਟਿਕੈਤ ਕੌਮੀ ਪੱਧਰ ਦੇ ਇੱਕ ਆਗੂ ਤੇ ਕਿਸਾਨ ਅੰਦੋਲਨ ਦਾ ਪ੍ਰਮੁੱਖ ਚਿਹਰਾ ਬਣ ਕੇ ਉੱਭਰੇ ਸੀ, ਉਹਨਾਂ ਨੇ ਵੀ ਹਾਜ਼ਰੀ ਭਰੀ ਹੈ ਤੇ ਕਾਫੀ ਵੱਡਾ ਮੋਰਚਾ ਇੱਕ ਬਣਦਾ ਨਜ਼ਰ ਆਇਆ। ਪਰ ਇਸ ਮੌਕੇ ਸੂਬੇ ਦੇ ਰਾਜਪਾਲ, ਪ੍ਰਸ਼ਾਸਨ, ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਵੱਲੋਂ ਜੋ ਗੱਲਬਾਤ ਕੀਤੀ ਗਈ, ਜੋ ਮੀਟਿੰਗ ਕੀਤੀ ਗਈ, ਉਸ ਤੋਂ ਬਾਅਦ ਇਹ ਧਰਨਾ ਮੁਕੰਮਲ ਹੋਇਆ। ਹੁਣ ਵੇਖਣਾ ਹੈ ਕਿ ਆਉਂਦੇ ਦਿਨਾਂ ਦੌਰਾਨ ਖਾਸ ਕਰ ਦਸੰਬਰ 19 ਦੀ ਮੀਟਿੰਗ ਵਿੱਚ ਕਿਹੋ ਜਿਹੇ ਹਾਲਾਤ ਬਣਦੇ ਨੇ, ਉਸ ਵਿੱਚ ਕਿਹੋ ਜਿਹੇ ਪਹਿਲੂ ਉੱਭਰ ਕੇ ਸਾਹਮਣੇ ਆਉਂਦੇ ਨੇ। ਅਤੇ ਪਿਛਲੇ ਕੁਝ ਦਿਨਾਂ ਤੋਂ ਉੱਤਰਾਖੰਡ ਸੂਬੇ ਦੇ ਉੱਤਰਕਾਸ਼ੀ ਵਿਖੇ ਜੋ ਸੁਰੰਗ ਹੇਠਾਂ ਮਜ਼ਦੂਰ ਫਸੇ ਹੋਏ ਸੀ, ਉਹਨਾਂ ਨੂੰ ਬਚਾਉਣ ਲਈ ਜੋ ਕਾਰਜ ਚੱਲ ਰਹੇ ਸੀ, ਜੋ ਲੰਮਾ ਸਮਾਂ ਪ੍ਰਕਿਰਿਆ ਚੱਲੀ ਹੈ, ਉਸ ਵਿੱਚ ਰਾਹਤ ਦੀ ਖਬਰ ਇਹ ਹੈ ਕਿ ਉਹਨਾਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਾਰੇ 41 ਦੇ 41 ਮਜ਼ਦੂਰ ਸੁਰੱਖਿਅਤ ਨੇ ਅਤੇ ਇੱਕ ਲੰਮੇ ਬਚਾਅ ਕਾਰਜਾਂ ਦੀ ਲੜੀ ਤੋਂ ਬਾਅਦ ਉਹਨਾਂ ਨੂੰ ਬਾਹਰ ਲਿਆਂਦਾ ਗਿਆ। ਵੱਖ-ਵੱਖ ਟੀਮਾਂ ਨੇ ਇਸ ਕੰਮ ਵਿੱਚ ਯੋਗਦਾਨ ਪਾਇਆ ਤੇ ਪਾਈਪ ਜ਼ਰੀਏ ਉਹਨਾਂ ਤੱਕ ਖੁਰਾਕ ਵੀ ਪਹੁੰਚਾਈ ਗਈ, ਕਿਉਂਕਿ ਜਦ ਤੱਕ ਉਹ ਬਾਹਰ ਨਹੀਂ ਸੀ ਆ ਜਾਂਦੇ ਉਨੀ ਦਿਨ ਉਹਨਾਂ ਦੇ ਖਾਣੇ ਪੀਣੇ ਦਾ ਇੰਤਜ਼ਾਮ ਵੀ ਕਰਨਾ ਜ਼ਰੂਰੀ ਸੀ, ਜੋ ਮਜ਼ਦੂਰ ਹੇਠਾਂ ਫਸੇ ਹੋਏ ਸੀ। ਤੇ ਪਾਈਪ ਜ਼ਰੀਏ ਉਹਨਾਂ ਨੂੰ ਫੀਡ ਵੀ ਪਹੁੰਚਾਈ ਗਈ ਤੇ ਲੰਮੀ ਡਰਿਲਿੰਗ ਅਤੇ ਖੁਦਾਈ ਦੇ ਕੰਮ ਤੋਂ ਬਾਅਦ ਉਹਨਾਂ ਨੂੰ ਬਾਹਰ ਲਿਆਂਦਾ ਗਿਆ। ਹੁਣ ਇੱਥੇ ਚੂਹਿਆਂ ਦੀ ਜੋ ਇੱਕ ਖੁਦਾਈ ਕਰਨ ਦਾ ਤਰੀਕਾ ਹੁੰਦਾ, ਉਸ ਨਾਲ ਸੰਬੰਧਿਤ ਇੱਕ ਕਮੇਟੀ ਤੇ ਉਹਦੇ ਮੈਂਬਰਾਂ ਦਾ ਵੀ ਇਹਦੇ ਵਿੱਚ ਕਾਫੀ ਯੋਗਦਾਨ ਰਿਹਾ, ਜਿਨ੍ਹਾਂ ਨੇ ਖੁਦਾਈ ਕਰਨ ਵਿੱਚ ਯੋਗਦਾਨ ਪਾਇਆ ਤੇ ਮਜ਼ਦੂਰਾਂ ਨੂੰ ਬਾਹਰ ਲਿਆਉਣ ਵਿੱਚ ਮਦਦ ਕੀਤੀ ਹੈ। ਸੋ ਉੱਤਰਕਾਸ਼ੀ ਵਿਖੇ ਸੁਰੰਗ ਹੇਠਾਂ ਫਸੇ ਨਿਰਮਾਣ ਅਧੀਨ ਕਾਰਜਕ ਪ੍ਰੋਜੈਕਟ ਵਿੱਚ ਕੰਮ ਕਰ ਰਹੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ। ਪਰ ਨਾਲ ਦੀ ਨਾਲ ਇਸ ਗੱਲ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਕਿ ਜਦੋਂ ਇਹੋ ਜਿਹੇ ਵਿਕਾਸ ਕਾਰਜ ਹੁੰਦੇ ਨੇ ਤਾਂ ਜੋ ਮਜ਼ਦੂਰ ਇਸ ਖਤਰੇ ਭਰਪੂਰ ਕੰਮ ਵਿੱਚ ਲੱਗੇ ਹੁੰਦੇ ਨੇ, ਉਹਨਾਂ ਦੀ ਸੇਫਟੀ, ਉਹਨਾਂ ਦੇ ਜਾਨ ਮਾਲ ਦੀ ਰਾਖੀ ਜਿਹੜੀ ਉਹ ਵੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਜੋ ਕੰਪਨੀਆਂ ਇਹ ਪ੍ਰੋਜੈਕਟ ਚਲਾਉਂਦੀਆਂ ਨੇ ਜਾਂ ਮਜ਼ਦੂਰਾਂ ਨੂੰ ਕੰਮ ਉੱਤੇ ਲਾਉਂਦੀਆਂ ਨੇ, ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸੇਫਟੀ ਮੈਜਰ ਜਿਹੜੇ ਨੇ, ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ, ਉਹ ਵੀ ਨਾਲੋਂ ਨਾਲ ਕਰਕੇ ਰੱਖਣ, ਤਾਂ ਜੋ ਕਿਸੇ ਇਹੋ ਜਿਹੀ ਅਣਸੁਖਾਵੀਂ ਸਥਿਤੀ ਵਿੱਚ ਫਸੇ ਮਜ਼ਦੂਰਾਂ ਨੂੰ ਬਾਹਰ ਲਿਆਉਣ ਲਈ ਇੰਨੇ ਦਿਨ ਉਡੀਕ ਨਾ ਕਰਨੀ ਪਵੇ। 17 ਦਿਨ ਦਾ ਸਮਾਂ ਲੱਗਿਆ ਇਸ ਸਮੁੱਚੇ ਕੰਮ ਨੂੰ। ਸੋ ਇਸ ਬੰਨੇ ਕੰਮ ਕਰਵਾ ਰਹੀਆਂ ਕੰਪਨੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਮਜ਼ਦੂਰਾਂ ਦੀ ਜਾਨ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ, ਕਿਉਂਕਿ ਅੱਜ ਕੱਲ੍ਹ ਦੇ ਇਸ ਜ਼ਮਾਨੇ ਵਿੱਚ ਸਾਰੇ ਕੰਮ ਹੋਣੇ ਜ਼ਰੂਰੀ ਨੇ। ਤੇ ਇੱਕ ਚੀਜ਼ ਜਿਹੜੀ ਵਾਤਾਵਰਨ ਪ੍ਰੇਮੀ ਵੀ ਲਗਾਤਾਰ ਚਰਚਾ ਵਿੱਚ ਲਿਆਉਂਦੇ ਨੇ ਕਿ ਵਿਕਾਸ ਪ੍ਰੋਜੈਕਟ ਵੀ ਇਸ ਤਰੀਕੇ ਨਾਲ ਚੱਲਣੇ ਚਾਹੀਦੇ ਨੇ ਕਿ ਕੁਦਰਤ ਦੇ ਨਾਲ ਜ਼ਿਆਦਾ ਛੇੜਛਾੜ ਨਾ ਹੋਵੇ। ਪਹਾੜਾਂ ਨੂੰ, ਵਾਦੀਆਂ ਨੂੰ ਚੀਰਨ ਦੀ ਜਾਂ ਉਹਨਾਂ ਦੇ ਵਿੱਚੋਂ ਦੀ ਸੁਰੰਗਾਂ ਕੱਢਣ ਦੀ ਘੱਟ ਤੋਂ ਘੱਟ ਲੋੜ ਪੈਣੀ ਚਾਹੀਦੀ ਹੈ। ਜਿੱਥੇ ਜ਼ਰੂਰੀ ਉੱਥੇ ਕਰਨਾ ਵੀ ਪੈਂਦਾ, ਪਰ ਫਿਰ ਵੀ ਕੁਦਰਤ ਦਾ ਵੀ ਖਿਆਲ ਰੱਖਣਾ ਨਾਲੋਂ ਨਾਲ ਜ਼ਰੂਰੀ ਹੈ, ਕਿਉਂਕਿ ਜ਼ਿਆਦਾ ਖਤਰੇ ਵਾਲੀਆਂ ਥਾਵਾਂ ਉੱਤੇ ਮਜ਼ਦੂਰਾਂ ਨੂੰ ਭੇਜਣਾ ਵੀ ਆਪਣੇ ਆਪ ਵਿੱਚ ਇੱਕ ਵੱਡਾ ਖਤਰਾ ਹੀ ਕਿਹਾ ਜਾਵੇਗਾ। ਇਸੇ ਤਰ੍ਹਾਂ ਪੰਜਾਬ ਵਿੱਚ ਮਾਈਨਿੰਗ ਦਾ ਮੁੱਦਾ ਵੀ ਕਾਫੀ ਗੂੰਜ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਵਿੱਚ ਵੀ ਮਾਈਨਿੰਗ ਦੇ ਮੁੱਦੇ ਦੀ ਗੂੰਜ ਪਈ ਹੈ। ਪਿਛਲੀਆਂ ਸਰਕਾਰਾਂ ਵੇਲੇ ਵੀ ਇਹ ਮੁੱਦਾ ਲਗਾਤਾਰ ਸੁਰਖੀਆਂ ਵਿੱਚ ਰਿਹਾ ਹੈ, ਵਿਵਾਦਾਂ ਦਾ ਕਾਰਨ ਵੀ ਰਿਹਾ, ਇਹਦੇ ਉੱਪਰ ਸਵਾਲ ਵੀ ਲਗਾਤਾਰ ਉੱਠਦੇ ਨੇ ਤੇ ਇਸ ਵੇਲੇ ਵੀ ਮਾਈਨਿੰਗ ਵਾਲਾ ਇਹ ਮੁੱਦਾ ਕਾਫੀ ਭਖਿਆ ਹੋਇਆ ਤੇ ਵਿਰੋਧੀ ਧਿਰਾਂ ਵੱਲੋਂ ਸੂਬਾ ਸਰਕਾਰ ਨੂੰ ਇਸ ਮੁੱਦੇ 'ਤੇ ਵੀ ਲਗਾਤਾਰ ਸਵਾਲ ਪੁੱਛੇ ਜਾ ਰਹੇ ਨੇ। ਦੁਨੀਆ ਦੇ ਇੱਕ ਹੋਰ ਦੇਸ਼ ਨੇ ਭਾਰਤ ਦੇ ਨਾਗਰਿਕਾਂ ਲਈ ਬਿਨਾਂ ਕਿਸੇ ਅੜਚਨ ਦੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਨੇ, ਭਾਵ ਕਿ ਬਿਨਾਂ ਵੀਜ਼ੇ ਦੇ ਆਪਣੇ ਦੇਸ਼ ਵਿੱਚ ਆਉਣ ਦੀ ਆਗਿਆ ਦੇ ਦਿੱਤੀ ਹੈ। ਇਹ ਦੇਸ਼ ਹੈ ਏਸ਼ੀਆ ਖਿੱਤੇ ਦਾ ਦੱਖਣ ਪੂਰਬੀ ਏਸ਼ੀਆਈ ਦੇਸ਼ ਮਲੇਸ਼ੀਆ, ਜਿਸ ਨੇ ਕਿ ਤੀਜਾ ਅਜਿਹਾ ਦੇਸ਼ ਬਣਨ ਦਾ ਮਾਣ ਹਾਸਲ ਕੀਤਾ, ਜਿਸ ਨੇ ਭਾਰਤ ਦੇ ਨਾਗਰਿਕਾਂ ਲਈ ਬਿਨਾਂ ਵੀਜ਼ੇ ਦੇ ਐਂਟਰੀ ਖੋਲ੍ਹ ਦਿੱਤੀ ਹੈ। ਦਰਅਸਲ ਮਲੇਸ਼ੀਆ ਦੇਸ਼ ਨੇ 30 ਦਿਨਾਂ ਵਾਸਤੇ
ਭਾਰਤ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਵਿੱਚ ਬਿਨਾਂ ਵੀਜ਼ੇ ਦੇ ਆਉਣ ਦੀ ਆਗਿਆ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਥਾਈਲੈਂਡ ਅਤੇ ਗੁਆਂਢੀ ਦੇਸ਼ ਸ਼੍ਰੀਲੰਕਾ ਵੀ ਅਜਿਹਾ ਕਰ ਚੁੱਕੇ ਨੇ, ਜੋ ਇੱਕ ਸੀਮਿਤ ਸਮੇਂ ਵਾਸਤੇ ਭਾਰਤ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਵਿੱਚ ਬਿਨਾਂ ਵੀਜ਼ੇ ਦੇ ਆਉਣ ਦੀ ਆਗਿਆ ਦੇ ਚੁੱਕੇ ਨੇ ਅਤੇ ਹੁਣ ਮਲੇਸ਼ੀਆ ਇਸ ਲੜੀ ਵਿੱਚ ਸ਼ਾਮਲ ਹੋ ਗਿਆ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਮਲੇਸ਼ੀਆ ਨੇ ਇਹ ਸਹੂਲਤ ਇਸ ਤੋਂ ਪਹਿਲਾਂ ਵੀ ਕਈ ਹੋਰ ਦੇਸ਼ਾਂ ਲਈ ਜਾਰੀ ਕੀਤੀ ਹੋਈ ਹੈ। ਖਾੜੀ ਦੇ ਦੇਸ਼ ਜਿਹੜੇ ਨੇ, ਮਿਡਲ ਈਸਟ ਦੇਸ਼ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦੇ ਲਈ ਮਲੇਸ਼ੀਆ ਨੇ ਸਹੂਲਤ ਪਹਿਲਾਂ ਤੋਂ ਹੀ ਜਾਰੀ ਰੱਖੀ ਹੋਈ ਹੈ ਤੇ ਹੁਣ ਇਸ ਸੂਚੀ ਵਿੱਚ ਉਸਨੇ ਭਾਰਤ ਦਾ ਨਾਮ ਵੀ ਸ਼ਾਮਿਲ ਕਰ ਲਿਆ। ਯਾਨੀ ਕਿ ਭਾਰਤ ਦੇ ਲੋਕ ਹੁਣ ਮਲੇਸ਼ੀਆ ਜਾ ਸਕਣਗੇ 30 ਦਿਨਾਂ ਲਈ ਬਿਨਾਂ ਕਿਸੇ ਵੀਜ਼ੇ ਦੇ। ਤੇ ਇਸ ਦਰਮਿਆਨ ਇਹ ਜ਼ਰੂਰ ਕਿਹਾ ਗਿਆ ਕਿ ਮਲੇਸ਼ੀਆ ਦੇ ਹੁਕਮਰਾਨ ਧਿਰ ਵੱਲੋਂ ਕਿ ਵੀਜ਼ੇ ਦੀ ਕੋਈ ਸ਼ਰਤ ਨਹੀਂ ਹੋਵੇਗੀ। ਹਾਲਾਂਕਿ ਸਖਤ ਸੁਰੱਖਿਆ ਜਾਂਚ ਪੜਤਾਲ ਜ਼ਰੂਰ ਕੀਤੀ ਜਾਵੇਗੀ ਤੇ ਕਿਸੇ ਵੀ ਵਿਅਕਤੀ ਦਾ ਜੇਕਰ ਕੋਈ ਅਪਰਾਧਿਕ ਪਿਛੋਕੜ ਹੈ ਜਾਂ ਕੁਝ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ ਤਾਂ ਉਸ ਲਈ ਜ਼ਰੂਰ ਸਖਤ ਪ੍ਰਕਿਰਿਆ ਹੋਵੇਗੀ, ਸਖਤ ਜਿਹੜੀ ਪੜਚੋਲ ਜਿਹੜੀ ਆ ਉਹ ਹੋਵੇਗੀ। ਪਰ ਆਮ ਤੌਰ ਤੇ ਸਾਫ਼ ਰਿਕਾਰਡ ਵਾਲੇ ਲੋਕਾਂ ਲਈ ਇਸ ਤਰੀਕੇ ਨਾਲ ਮਲੇਸ਼ੀਆ ਨੇ ਆਪਣੇ ਬੂਹੇ ਖੋਲ੍ਹੇ ਨੇ। ਇੱਕ ਵੱਡਾ ਸਵਾਲ ਲੋਕਾਂ ਦੇ ਮਨਾਂ ਵਿੱਚ ਇਹ ਵੀ ਆਉਂਦਾ ਹੋਵੇਗਾ ਕਿ ਇਹਨਾਂ ਦੇਸ਼ਾਂ ਵੱਲੋਂ ਇਸ ਤਰੀਕੇ ਨਾਲ ਬਿਨਾਂ ਵੀਜ਼ੇ ਦੇ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਆਉਣ ਦੀ ਆਗਿਆ ਕਿਉਂ ਦਿੱਤੀ ਜਾਂਦੀ ਹੈ। ਦਰਅਸਲ ਆਪਾਂ ਜਾਣਦੇ ਕਿ ਇਸ ਵੇਲੇ ਦੁਨੀਆ ਵਿੱਚ ਜੋ ਵੀ ਕਾਰਵਾਈ ਹੁੰਦੀ ਉਹਦੇ ਪਿੱਛੇ ਕੋਈ ਨਾ ਕੋਈ ਵਪਾਰਕ ਜਾਂ ਕਮਰਸ਼ੀਅਲ ਕਾਰਨ ਜ਼ਰੂਰ ਹੁੰਦਾ ਹੈ ਅਤੇ ਇਸ ਤਰੀਕੇ ਨਾਲ ਬਿਨਾਂ ਵੀਜ਼ੇ ਦੇ ਐਂਟਰੀ ਦੇਣ ਦੀ ਵੀ ਗੱਲ ਜਦੋਂ ਸਾਹਮਣੇ ਆਉਂਦੀ ਹੈ ਤਾਂ ਇਹਦੇ ਵਿੱਚ ਬਹੁਤ ਸਾਰੇ ਕਾਰਨ ਹੁੰਦੇ ਨੇ। ਪ੍ਰਮੁੱਖ ਕਾਰਨ ਕਮਰਸ਼ੀਅਲ ਵੀ ਹੈ ਕਿ ਜਿਹੜਾ ਸੰਬੰਧਿਤ ਦੇਸ਼ ਹੈ ਉਹ ਆਪਣੇ ਦੇਸ਼ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਵਿਦੇਸ਼ੀ ਨਾਗਰਿਕਾਂ ਨੂੰ ਸੱਦਾ ਦਿੰਦਾ ਹੈ ਤਾਂ ਕਿ ਉਹ ਉੱਥੇ ਆਉਣਗੇ ਤੇ ਸਥਾਨਕ ਜਿਹੜੇ ਕਾਰੋਬਾਰ ਨੇ ਉਹਨਾਂ ਵਿੱਚ ਪੈਸੇ ਦੀ ਆਮਦ ਵੀ ਹੋਵੇਗੀ। ਇਹ ਵੀ ਨਾਲ ਚੀਜ਼ ਜੁੜਦੀ ਹੈ ਤੇ ਇਸ ਤਰੀਕੇ ਨਾਲ ਮਲੇਸ਼ੀਆ ਵੱਲੋਂ ਵੀ ਆਪਣੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਵਿਦੇਸ਼ੀ ਨਾਗਰਿਕਾਂ ਨੂੰ ਇੱਕ ਤਰੀਕੇ ਨਾਲ ਇਹ ਖੁੱਲ੍ਹਾ ਇੱਕ ਤਰੀਕੇ ਦਾ ਸੱਦਾ ਹੈ ਕਿ ਉਹ ਉੱਥੇ 30 ਦਿਨਾਂ ਲਈ ਬਿਨਾਂ ਵੀਜ਼ੇ ਦੇ ਆ ਜਾ ਸਕਣਗੇ। ਸੋ ਇਹ ਸਨ ਕੁਝ ਹੋਰ ਤਾਜ਼ਾ ਜਾਣਕਾਰੀਆਂ। ਸੋ ਇਹ ਸੀ ਅੱਜ ਦੀ ਵਿਸ਼ੇਸ਼ ਰਿਪੋਰਟ ਦਾ ਇਹ ਤਾਜ਼ਾ ਅੰਕ ਜਿਸ ਨੂੰ ਤੁਸੀਂ ਦ ਪੰਜਾਬ ਟਾਕਸ ਚੈਨਲ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਨੂੰ ਤੁਸੀਂ ਦ ਪੰਜਾਬ ਟਾਕਸ ਚੈਨਲ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੱਖ-ਵੱਖ ਮਾਧਿਅਮ ਜ਼ਰੀਏ ਸੁਣਿਆ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਦ ਪੰਜਾਬ ਟਾਕਸ ਚੈਨਲ ਜ਼ਰੀਏ ਇਸੇ ਤਰ੍ਹਾਂ ਤੁਸੀਂ ਆਉਂਦੇ ਦਿਨਾਂ ਦੌਰਾਨ ਵੀ ਤਾਜ਼ਾ ਤਰੀਨ ਖਬਰਾਂ, ਜਾਣਕਾਰੀ ਭਰਪੂਰ ਅਪਡੇਟਸ ਅਤੇ ਮਿਆਰੀ ਵਿਸ਼ਲੇਸ਼ਣ ਲਈ ਲਗਾਤਾਰ ਜੁੜੇ ਰਹੋ। ਦ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਨੂੰ ਲਾਈਕ, ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਦ ਪੰਜਾਬ ਟਾਕਸ ਦੇ ਸਾਰੇ ਪ੍ਰੋਗਰਾਮ ਨਾਲੋਂ ਨਾਲ ਵੇਲੇ ਸਿਰ ਤੁਹਾਡੇ ਤੱਕ ਬਿਨਾਂ ਨਾਗੇ ਦੇ ਪਹੁੰਚਦੇ ਹੋਣ। ਤੇ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਵਿੱਚ ਦੱਸੇ ਗਏ ਵਿਸ਼ਿਆਂ ਸੰਬੰਧੀ, ਨੁਕਤਿਆਂ ਸੰਬੰਧੀ ਤੁਹਾਡੇ ਕੀ ਵਿਚਾਰ ਨੇ, ਤੁਹਾਡਾ ਕੀ ਕਹਿਣਾ ਹੈ, ਜੋ ਵੀ ਤੁਹਾਡਾ ਮੰਨਣਾ ਹੈ ਤੁਸੀਂ ਆਪਣੇ ਮਨ ਦੇ ਵਲਵਲੇ ਕਮੈਂਟਸ ਰਾਹੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪੋ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਤੇ ਇਸ ਗੱਲਬਾਤ ਨਾਲ ਜੁੜੇ। ਆਪ ਸਭ ਦਾ ਤਹਿ ਦਿਲੋਂ ਸ਼ੁਕਰੀਆ। ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਤੇ ਕਮੈਂਟਸ ਦੇ ਜ਼ਰੀਏ ਵੱਖ-ਵੱਖ ਮਾਧਿਅਮ ਜ਼ਰੀਏ ਕਿਸੇ ਵੀ ਢੰਗ ਤਰੀਕੇ ਨਾਲ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰਨ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਨਵੀਂ ਵਿਸ਼ੇਸ਼ ਰਿਪੋਰਟ ਤੇ ਨਵੇਂ ਅੰਕ ਦੇ ਵਿੱਚ ਇਸੇ ਤਰ੍ਹਾਂ ਨਵੇਂ ਵਿਸ਼ੇ ਲੈ ਕੇ ਆਪ ਦੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ। ਬਹੁਤ-ਬਹੁਤ ਧੰਨਵਾਦ। ਵੇਖਦੇ ਰਹੋ ਦ ਪੰਜਾਬ ਟਾਕਸ। ਸਤਿ ਸ਼੍ਰੀ ਅਕਾਲ।